नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम ओपन हाउस विद टीम अरोड़ा दे नाल मैं हाँ तरनजीत कौर घुम्मन हाज़र हाँ जी लैके तुहाड़ा अपना प्रोग्राम जिहदे अज असीं गलबात करांगे कैनेडा के रियल स्टेट के बारे में। फैडरल गवर्नमेंट के वल्लों कुछ लगातार अनाउंसमेंट्स कीतियां जा रही ने जिस तरीके नाल हाउसिंग क्राइसिस ते वध रही घरां दीयां कीमतां दे बारे में गलबात हो रही सी। फैडरल सरकार भी इस चीज़ को लैके काफ़ी चिंतित सी। हुण पिछले जे असीं 1 या 2 हफ्तियां तो देखिए तो काफ़ी वधिया खबरां रियल स्टेट की मार्केट में आ रही ने। चाहे असीं गल करिए कि जिहड़ी रेट ऑफ इंटरस्ट है वो अजे पॉज की गई है वो नहीं वधी, चाहे असीं कल की अनाउंसमेंट की गल करिए कि लंडन के विच $74 मिलियन की इन्वेस्टमेंट की गल हो रही है, या फिर असीं गल करिए कि जिहड़ी अज ही लेटेस्ट न्यूज़ आई है कि GST जिहड़ियां रेंटल अपार्टमेंट्स नवीं बन रही ने उहदे उत्ते नहीं लगाई जाएगी। सो इहदा हुण कैनेडा दे विच खास तौर ते ओंटारियो की मार्केटिंग के उत्ते की जिहड़ी रियल स्टेट मार्केट हैगी उहदे उत्ते की असर पएगा उहदे बारे गलबात करांगे। तुहाडा रियल स्टेट नूं लैके कोई भी सवाल है अज दी मार्केट बारे जानना चाहुंदे हो या कोई भी सवाल है सानूं अज दे लाइव प्रोग्राम 'च तुसीं कॉल कर सकते हो। तुहाडे सवालों के जवाब देने लई ते अज दे मुद्दਿਆਂ उत्ते गलबात करने लई साडे नाल जुड़ चुके ने जी टीम अरोड़ा तो मिस्टर शमशेर ढिल्लों जी ते नाल प्रिया बजाज जी। बहुत बहुत स्वागत है तुहाडे दोवां दा। थैंक यू ਤੁਹਾਨੂੰ ਵੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। प्रिया जी फर्स्ट टाइम तुसीं मैनूं लगदा प्रोग्राम च आ रहे हो, की हाल चाल ने? नहीं दूसरी बारी आ रही है की हाल चाल ने? बिल्कुल ठीक है जी एंड सारे दर्शकों ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਸਰ ਰੀਅਲ ਸਟੇਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਅਕਸਰ ਪ੍ਰਵੀਨ ਜੀ ਵੀ ਹੁੰਦੇ ਸੀ ਤਾਂ ਆਪਾਂ ਗੱਲਬਾਤ ਕਰਦੇ ਹਾਂ ਤਾਂ ਇਹ ਕਹਿੰਦੇ ਵੀ ਗਵਰਨਮੈਂਟ ਦੇਖ ਨਹੀਂ ਰਹੀ, ਕੁਝ ਕਰ ਨਹੀਂ ਰਹੀ ਹੈਗੀ, ਪਰ ਪਿਛਲੇ ਕੁਝ ਜੇ 2 ਜਾਂ 3 ਹਫ਼ਤਿਆਂ ਤੋਂ ਦੇਖੀਏ ਤਾਂ ਕੁਝ ਅਨਾਉਂਸਮੈਂਟਸ ਲਗਾਤਾਰ ਆ ਰਹੀਆਂ ਨੇ ਰੀਅਲ ਸਟੇਟ ਮਾਰਕੀਟ ਦੇ ਵਿੱਚ। ਸੋ ਇਹ ਤੁਹਾਨੂੰ ਲੱਗ ਰਿਹਾ ਕਿ ਜਿਹੜੀਆਂ ਅਨਾਉਂਸਮੈਂਟਸ ਨੇ ਕੁਝ ਪੋਜ਼ਿਟਿਵ ਸਾਈਨ ਨੇ ਤੇ ਰੀਅਲ ਸਟੇਟ ਮਾਰਕੀਟ ਦੇ ਵਿੱਚ ਕੁਝ ਇਹਦਾ ਪੋਜ਼ਿਟਿਵ ਇੰਪੈਕਟ ਦੇਖਣ ਨੂੰ ਮਿਲੇਗਾ? ਡੈਫੀਨਿਟਲੀ ਤਰਨ ਜੀ, ਪਹਿਲਾਂ ਤਾਂ 3 ਮੇਨ ਚੀਜ਼ਾਂ ਜਿਵੇਂ ਤੁਸੀਂ ਦੱਸਿਆ ਕਿ ਇੱਕ ਤਾਂ ਇੰਟਰਸਟ ਰੇਟ ਜਿਹੜਾ ਉਹ ਉਹਨਾਂ ਨੇ ਵਧਾਇਆ ਨਹੀਂ, ਫੈਡਰਲ ਬੈਂਕ ਨੇ ਆਪਣੇ ਨੇ। ਦੂਸਰਾ ਜਿਹੜਾ ਆ ਕਿ 74 ਮਿਲੀਅਨ ਡਾਲਰ ਦੀ ਜਿਹੜਾ ਇੱਕ ਪੈਕੇਜ ਹਾਊਸਿੰਗ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਨੇ ਅਨਾਉਂਸ ਕੀਤਾ ਆ। ਔਰ ਤੀਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਜਿਹੜੀਆਂ ਰੈਂਟਲ ਹਾਊਸਿੰਗ ਹੋਏਗੀ, ਬਿਲਡਿੰਗਸ ਬਣਨਗੀਆਂ, ਉਹਦੇ ਤੇ GST HST ਕੋਈ ਨਹੀਂ ਲੱਗੇਗੀ। ਸੋ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤੇ ਇਹ ਤਿੰਨੇ ਹੀ ਸ਼ੁਭ ਸੰਕੇਤ ਨੇ ਸਾਡੀ ਰੀਅਲ ਸਟੇਟ ਮਾਰਕੀਟ ਜਿਹੜੀ ਕਿ ਇੰਨੀ ਜ਼ਿਆਦਾ ਆਮ ਜਿਹੜਾ ਦਰਸ਼ਕ ਹੈ, ਆਮ ਜਿਹੜਾ ਰੈਜ਼ੀਡੈਂਟ ਹੈ, ਹੋਮ ਓਨਰ ਹੈ ਜਾਂ ਇਵਨ ਟੈਨੈਂਟ ਵੀ ਹੈ, ਸਾਹ ਲੈਣਾ ਔਖਾ ਹੋਇਆ ਸੀਗਾ। ਮਾਰਕੀਟ ਦੀ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਸੀਗੇ। ਸੋ ਇੱਕ ਤਰ੍ਹਾਂ ਨਾਲ ਭਾਵੇਂ ਕਹਿ ਸਕਦੇ ਹਾਂ ਕਿ ਭਾਵੇਂ ਥੋੜੀ ਹੈ ਔਰ ਬਹੁਤ ਦੇਰ ਨਾਲ ਆਈ ਹੈ, ਲੇਕਿਨ ਲੱਗ ਰਿਹਾ ਕਿ ਅਸੀਂ ਸਹੀ ਦਿਸ਼ਾ ਵੱਲ ਵਧਣਾ ਸ਼ੁਰੂ ਕੀਤਾ ਆ ਕਿ ਮਾਰਕੀਟ ਜਿਹੜੀ ਆ ਉਹਨੂੰ ਕੰਟਰੋਲ ਕੀਤਾ ਜਾ ਸਕੇ। ਜਿਹੜੀ ਵੋਲੇਟਿਲਿਟੀ ਸੀਗੀ, ਜਿਹੜੀ ਅਨਸਰਟੇਨਟੀ ਸੀਗੀ, ਉਹਨੂੰ ਕੁਝ ਹੱਦ ਤੱਕ ਜਿਹੜੀ ਹੈ ਨੱਥ ਜ਼ਰੂਰ ਪਏਗੀ ਇਹਨਾਂ ਸਾਰੀਆਂ ਅਨਾਉਂਸਮੈਂਟਸ ਤੇ। ਜਿਵੇਂ ਤੁਸੀਂ ਇਹਦੀ ਗੱਲ ਕੀਤੀ ਹੈ ਸਰ, ਜਿਵੇਂ $74 ਮਿਲੀਅਨ ਦੀ ਇਨਵੈਸਟਮੈਂਟ ਦੀ ਗੱਲ ਕਰਾਂ, ਜਿਹੜੀ ਫੰਡਿੰਗ ਪ੍ਰੋਵਾਈਡ ਕਰਵਾਈ ਜਾ ਰਹੀ ਹੈ, ਕਹਿੰਦੇ ਇਹਦੇ ਨਾਲ ਜਿਹੜੀ ਆ ਥੋੜਾ ਜਿਹਾ ਨਾਲੇ ਮਿਊਨਿਸਪੈਲਿਟੀਜ਼ ਨੂੰ ਵੀ ਕਿਹਾ ਗਿਆ ਕਿ ਥੋੜਾ ਜਿਹਾ ਪ੍ਰੋਸੈਸ ਈਜ਼ੀ ਕੀਤਾ ਜਾਵੇ। ਸੋ ਕੀ ਅਸਰ ਹੋਏਗਾ? ਮੈਂ ਦੇਖਦੀ ਪਈ ਸੀ ਨਿਊਜ਼ ਦੇ ਵਿੱਚ ਵੀ ਪਹਿਲਾਂ 2000 ਯੂਨਿਟਸ ਬਣਨਗੇ ਤੇ ਉਸ ਤੋਂ ਬਾਅਦ 3 ਸਾਲਾਂ ਬਾਅਦ ਹੌਲੀ ਹੌਲੀ ਦੇਖਦੇ ਹਜ਼ਾਰ ਯੂਨਿਟਸ ਹੋਰ ਬਣਨਗੇ। ਬਿਲਕੁਲ। ਦੇਖੋ ਜੀ, ਇਹ ਗੱਲ ਆਪਾਂ ਸਾਰਿਆਂ ਨੂੰ ਸਮਝਣੀ ਪਏਗੀ ਕਿ ਗਵਰਨਮੈਂਟ ਦੇ ਕੋਲ ਵੀ ਕੋਈ ਜਾਦੂ ਦੀ ਛੜੀ ਨਹੀਂ ਹੈਗੀ ਕਿ ਓਵਰਨਾਈਟ ਸਭ ਕੁਝ ਠੀਕ ਹੋ ਜਾਏਗਾ। ਕਿਉਂਕਿ ਇੱਕ ਲੰਮਾ ਸਮਾਂ ਜਿਹੜਾ ਆ ਇਹਨਾਂ ਹਾਲਾਤਾਂ ਨੂੰ ਵਿਗੜਨ ਦਿੱਤਾ ਗਿਆ। 10-15 ਸਾਲ ਲੱਗੇ ਸਾਨੂੰ ਇਸ ਸਿਚੁਏਸ਼ਨ 'ਚ ਪਹੁੰਚਣ ਲਈ। ਬੜੇ ਸੰਕੇਤ ਆਏ ਕਿ ਇਹਨੂੰ ਕੰਟਰੋਲ ਕੀਤਾ ਜਾਏ, ਪਬਲਿਕ ਵੱਲੋਂ ਬਹੁਤ ਰੌਲਾ ਪਿਆ, ਲੇਕਿਨ ਸਰਕਾਰ ਦੇ ਜਿਵੇਂ ਕਹ ਲਓ ਕੰਨਾਂ ਤੇ ਪਹਿਲਾਂ ਕੋਈ ਜੂ ਨਹੀਂ ਰਹਿੰਦੀ। ਹੁਣ ਜਦੋਂ ਲੱਗਾ ਕਿ ਇਹ ਬਹੁਤ ਵੱਡਾ ਇਲੈਕਸ਼ਨ ਦਾ ਮੁੱਦਾ ਬਣਨ ਜਾ ਰਿਹਾ ਹੈ, ਪਿਛਲੇ ਇਲੈਕਸ਼ਨ 'ਚ ਵੀ ਬਣਿਆ ਸੀ, ਹਰ ਇਲੈਕਸ਼ਨ 'ਚ ਬਣਦਾ ਵੀ ਹੈ, ਲੇਕਿਨ ਹੁਣ ਹਾਲਾਤ ਜਿਹੜੇ ਨੇ ਉਹ ਕਾਬੂ ਤੋਂ ਬਾਹਰ ਹੋ ਰਹੇ ਸੀਗੇ। ਸੋ ਮਜਬੂਰਨ ਗਵਰਨਮੈਂਟ ਨੂੰ ਇਸ ਪਾਸੇ ਵੱਲ ਜਿਹੜਾ ਨਾ ਧਿਆਨ ਦੇਣਾ ਪਿਆ। ਜਿਹੜਾ $74 ਮਿਲੀਅਨ ਉਹਨਾਂ ਨੇ ਅਨਾਉਂਸ ਕੀਤਾ, ਉਹਦਾ ਮੇਨ ਮਕਸਦ ਇਹੀ ਹੈ ਕਿ ਜਿਹੜੀਆਂ ਮਿਊਨਿਸਪੈਲਿਟੀਜ਼ ਨੇ ਉਹਨਾਂ ਨੂੰ ਇਹੋ ਜਿਹਾ ਇਨਫਰਾਸਟ੍ਰਕਚਰ ਦਿੱਤਾ ਜਾਵੇ, ਇਹੋ ਜਿਹੀਆਂ ਸਹੂਲਤਾਂ ਦੇ ਸਕਣ ਕਿ ਉਹ ਜੇ ਉਹਨਾਂ ਨੂੰ ਜ਼ਿਆਦਾ ਸਟਾਫ ਹਾਇਰ ਕਰਨ ਦੀ ਲੋੜ ਆ, ਜੇ ਜ਼ਿਆਦਾ ਇਕਵਿਪਮੈਂਟ ਬਾਏ ਕਰਨ ਦੀ ਲੋੜ ਹੈ, ਤਾਂ ਕਿ ਇਹ ਜਿਹੜੀ ਅਪਰੂਵਲ ਪ੍ਰੋਸੈਸ ਹੈ ਕਿਸੇ ਵੀ ਬਿਲਡਿੰਗ, ਘਰ ਜਾਂ ਯੂਨਿਟ ਨੂੰ ਬਣਾਉਣ ਵਾਸਤੇ ਉਹਨੂੰ ਸੁਖਾਲਾ ਕੀਤਾ ਜਾ ਸਕੇ, ਜਿਹੜੀ ਰੈੱਡ ਟੇਪ ਹੈ ਉਹਨੂੰ ਘਟਾਇਆ ਜਾ ਸਕੇ।
ਜਦੋਂ ਰੈਡ ਟੇਪ ਘਟੇਗੀ ਤਾਂ ਨੈਚੁਰਲੀ ਜਿਹੜਾ ਟਾਈਮ ਹੈ ਉਹ ਆਪਣੇ ਆਪ ਘਟ ਜਾਏਗਾ ਔਰ ਜਿਹੜੇ ਯੂਨਿਟ ਨੂੰ ਜਾਂ ਇੱਕ ਪੀਸ ਆਫ ਲੈਂਡ ਨੂੰ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਗੱਲ ਕੀਤੀ ਕਿ ਕਈ ਪੀਸਸ ਆਫ ਲੈਂਡ ਨੇ ਜਿਨ੍ਹਾਂ ਨੂੰ 8 ਤੋਂ 10 ਸਾਲ ਉਹਨਾਂ ਨੇ ਐਪਲੀਕੇਸ਼ਨ ਤੋਂ ਲੈ ਕੇ ਤੇ ਕੰਸਟਰਕਸ਼ਨ ਸ਼ੁਰੂ ਹੋਣ ਤੱਕ ਇੰਨਾ ਟਾਈਮ ਲੱਗ ਗਿਆ ਸੋ ਡੈਫੀਨਿਟਲੀ ਇਹਨਾਂ ਦੇ ਨਾਲ ਉਹ ਜਿਹੜਾ ਟਾਈਮ ਹੈ ਉਹ ਘਟੇਗਾ ਔਰ ਜਿਵੇਂ ਮੈਂ ਕਿਹਾ ਵੀ ਓਵਰਨਾਈਟ ਤੇ ਨਹੀਂ ਲੇਕਿਨ ਡੈਫੀਨਿਟਲੀ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇਹਨਾਂ ਦੇ ਸੁਖਾਵੇਂ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਣਗੇ ਪ੍ਰਿਆ ਜੀ ਜਿਵੇਂ ਆਪਾਂ ਗੱਲ ਕਰੀਏ ਜਿਵੇਂ ਸਰ ਨੇ ਗੱਲ ਕੀਤੀ ਇਸ ਦੇ ਬਾਰੇ ਵਿੱਚ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਡਿਸਕਸ ਕਰ ਰਹੇ ਸੀ ਕਿ ਜਿਹੜੀ ਅੱਜ ਅਨਾਉਂਸਮੈਂਟ ਆਈ ਆ ਉਹਦੇ ਬਾਰੇ ਗੱਲ ਮੈਂ ਕਰੂੰਗੀ ਪਰ ਜਿਹੜੀਆਂ ਜਿਵੇਂ ਹੁਣ ਆਪਾਂ ਗੱਲ ਕਰ ਸੀ ਵੀਡੀਓਜ਼ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਜਿਸ ਤਰੀਕੇ ਨਾਲ ਰੀਅਲ ਸਟੇਟ ਇੱਕ ਵੱਡਾ ਮੁੱਦਾ ਬਣਿਆ ਹੋਇਆ ਸੀ ਇਸ ਵਕਤ ਤੁਸੀਂ ਤਾਂ ਇਸ ਫੀਲਡ ਦੇ ਵਿੱਚ ਹੈਗੇ ਹੋ ਮੇਨ ਕੀ ਇਸ ਵਕਤ ਲੋਕਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ ਕਿਹੜੀਆਂ ਦਾ ਤੁਹਾਨੂੰ ਜ਼ਿਆਦਾ ਜ਼ਿਕਰ ਕਰਦੇ ਆ ਜਾਂ ਕਿਵੇਂ ਦੀ ਸਿਚੁਏਸ਼ਨ ਹੈਗੀ ਇਸ ਵਕਤ ਰੀਅਲ ਸਟੇਟ ਦੇ ਵਿੱਚ ਦੇਖੋ ਜੋ ਮੇਨ ਬੇਸਿਕ ਆਪਾਂ ਕਹਿ ਸਕਦੇ ਆ ਜੋ ਇਹਦਾ ਰੂਟ ਕਾਜ਼ ਹੈ ਉਹ ਇਨਵੈਂਟਰੀ ਹੈ ਰਾਈਟ ਕਿ ਘਰ ਜਿਹੜੇ ਆ ਬਹੁਤ ਜ਼ਿਆਦਾ ਘੱਟ ਅਵੇਲੇਬਲ ਨੇ ਔਰ ਇਮੀਗ੍ਰੇਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਇੱਕਦਮ ਆ ਗਈ ਹੈ ਜੇਕਰ ਅਸੀਂ ਪਿਛਲੇ 4-5 ਸਾਲਾਂ ਦੀ ਗੱਲ ਕਰੀਏ ਮੈਨੂੰ ਆਲਮੋਸਟ 10 ਸਾਲ ਹੋ ਗਏ ਇਸ ਕੰਟਰੀ ਚ ਆਏ ਨੂੰ ਔਰ ਦੇਖਦੇ ਦੇਖਦੇ ਜੇ ਮੈਂ ਆਪਣੀ ਗੱਲ ਕਰਾਂ ਤਾਂ 5 ਸਾਲਾਂ ਦੇ ਵਿੱਚ ਸਟੂਡੈਂਟਸ ਜਿਹੜੇ ਹੈ ਕਾਫੀ ਜ਼ਿਆਦਾ ਇਮੀਗ੍ਰੇਸ਼ਨ ਉਹਨਾਂ ਦੀ ਵੀ ਹੋਈ ਹੈ ਇਨ ਜਨਰਲ ਇਮੀਗ੍ਰੇਸ਼ਨ ਵੀ ਬਹੁਤ ਜ਼ਿਆਦਾ ਵੱਧ ਗਈ ਹੈ ਜਦਕਿ ਘਰਾਂ ਦੀ ਸਪਲਾਈ ਉਸ ਹਿਸਾਬ ਨਾਲ ਜਿਹੜੀ ਹੈ ਗਵਰਨਮੈਂਟ ਵੱਲੋਂ ਨਹੀਂ ਹੋਈ ਸੋ ਇਹ ਸਾਰੀ ਪ੍ਰੋਬਲਮ ਡੇ ਬਾਈ ਡੇ ਉਹਨਾਂ ਕਾਰਨਾਂ ਕਰਕੇ ਹੀ ਇਨਕਰੀਜ਼ ਹੋ ਰਹੀ ਹੈ ਅੱਜ ਤੋਂ 10 ਸਾਲ ਪਹਿਲਾਂ ਤੁਹਾਨੂੰ ਇੱਕ ਬੈਡਰੂਮ ਦੀ ਬੇਸਮੈਂਟ ਮੇਰਾ ਖਿਆਲ ਜਦੋਂ ਮੈਂ ਸਟਾਰਟ ਕੀਤਾ ਸੀ $800 ਦੇ ਵਿੱਚ ਸਾਨੂੰ ਈਜ਼ੀਲੀ ਮਿਲ ਜਾਂਦੀ ਸੀ ਜੋ ਕਿ ਹੁਣ ਆਈ ਥਿੰਕ ਸੋ ਜੇ ਕੱਲ ਦੀ ਮੈਂ ਇੱਕ ਰੀਲ ਦੀ ਗੱਲ ਕਰਾਂ ਤਾਂ ਆਈ ਥਿੰਕ ਉਹਨਾਂ ਨੇ ਇੱਕ ਬੈਡਰੂਮ ਦੀ ਬੇਸਮੈਂਟ $3500 ਦੇ ਕੀਤੀ ਹੋਈ ਸੀ ਸੋ ਇਟਸ ਅ ਹਿਊਜ ਯੂ ਕੈਨ ਸੇ ਅ ਚੇਂਜ ਨੋ ਡਾਊਟ ਲੋਕਾਂ ਦੇ ਮੌਰਗੇਜ ਵਧੀ ਹੈ ਉਹਨਾਂ ਦੀਆਂ ਵੀ ਕਿਸ਼ਤਾਂ ਉਹਨਾਂ ਦੀ ਪਾਕਟ ਚੋਂ ਕਾਫੀ ਜ਼ਿਆਦਾ ਉਹਨਾਂ ਨੂੰ ਪੇ ਕਰਨਾ ਪੈ ਰਿਹਾ ਹੈ ਬਟ ਉਹਨਾਂ ਨੇ ਡਰਾਸਟਿਕਲੀ ਜਿਹੜਾ ਰੈਂਟ ਇਨਕਰੀਜ਼ ਕਰਤਾ ਉਹਦੇ ਨਾਲ ਹੁਣ ਸਟੂਡੈਂਟਸ ਜਾਂ ਕਹਿ ਸਕਦੇ ਆ ਆਪਾਂ ਕੋਈ ਵੀ ਹੋਰ ਜਨਰਲ ਜਿਹੜੇ ਆ ਉਹ ਵੀ ਕੀ ਕਰਨ ਉਹ ਕਹਿੰਦੇ 4 ਨੇ ਆਪਣੇ ਨਾਲ 4 ਹੋਰ ਲਿਆਉਂਦੇ ਨੇ ਆਪਣੀ ਅਫੋਰਡੇਬਿਲਿਟੀ ਨੂੰ ਇਨਕਰੀਜ਼ ਕਰਨ ਦੇ ਲਈ ਸੋ ਕਾਫੀ ਸਾਰੀਆਂ ਆਪਾਂ ਕਹਿ ਸਕਦੇ ਆ ਚੀਜ਼ਾਂ ਐਡ ਆਨ ਹੋ ਗਈਆਂ ਹੌਲੀ ਹੌਲੀ ਦੇਖਦੇ ਦੇਖਦੇ ਸੋ ਇਹਦਾ ਬੈਸਟ ਸੋਲੂਸ਼ਨ ਇਹ ਹੈ ਕਿ ਜੇਕਰ ਗਵਰਨਮੈਂਟ ਵੀ ਕੁਝ ਸਟੈਪਸ ਲੈ ਕੇ ਥੋੜੇ ਹੋਰ ਜ਼ਿਆਦਾ ਘਰ ਬਣਾ ਸਕੇ ਔਰ ਥੋੜਾ ਜੇ ਸਾਡੇ ਬੈਂਕਸ ਵੱਲੋਂ ਵੀ ਮੌਰਗੇਜ ਦੇ ਇੰਟਰਸਟ ਰੇਟ ਘਟ ਜਾਣ ਤਾਂ ਆਈ ਥਿੰਕ ਕਾਫੀ ਲੋਕਾਂ ਨੂੰ ਰਾਹਤ ਮਿਲੇਗੀ ਇਸ ਚੀਜ਼ ਤੋਂ ਸਰ ਜਿਹੜੇ ਅੱਜ ਦੇ ਜਿਹੜੇ ਇਸ ਵਕਤ ਅਨਾਉਂਸਮੈਂਟ ਹੋਈ ਉਹਦੇ ਬਾਰੇ ਗੱਲ ਕਰੀਏ ਜਿਹੜਾ ਕਿਹਾ ਗਿਆ ਕਿ ਇਹਨਾਂ ਨੇ ਰੈਂਟਲ ਹਾਊਸਿੰਗ ਜਿਹੜੇ ਬਣਨਗੇ ਅਪਾਰਟਮੈਂਟਸ ਬਣਨਗੇ ਉਹਦੇ ਉੱਤੇ GST ਨਹੀਂ ਲਗਾਈ ਜਾਏਗੀ ਇਹ ਕੀ ਕਨਸੈਪਟ ਹੈਗਾ ਕਿੰਨਾਂ ਨੂੰ ਇਹਦਾ ਫਾਇਦਾ ਹੋ ਸਕਦਾ ਆ ਦੇਖੋ ਤਰਨ ਜੀ ਅੱਜ ਤੋਂ ਕੋਈ ਤਕਰੀਬਨ 25-30 ਸਾਲ ਪਹਿਲਾਂ ਦੀ ਜੇ ਗੱਲ ਕਰੀਏ ਤਾਂ ਬਿਲਡਿੰਗਸ ਹੁੰਦੀਆਂ ਸੀ ਐਕਸਕਲੂਸਿਵਲੀ ਉਹ ਰੈਂਟਲ ਬਿਲਡਿੰਗਸ ਹੁੰਦੀਆਂ ਸੀਗੀਆਂ ਉਹਨਾਂ 'ਚ ਕੋਈ ਵੀ ਕੌਂਡੋ ਨਹੀਂ ਸੀ ਹੁੰਦਾ ਜਿਹੜਾ ਸੇਲ ਤੇ ਜਾਂਦਾ ਹੋਵੇ ਉਹ ਸਿਰਫ ਇੱਕ ਉਹਨਾਂ ਦੀ ਕਾਰਪੋਰੇਸ਼ਨ ਕਹਿ ਲਓ ਉਹਨੂੰ ਸਾਰੀ ਬਿਲਡਿੰਗ ਨੂੰ ਓਨ ਕਰਦੀ ਸੀ ਤੇ ਉਹ ਸਿਰਫ ਰੈਂਟਲ ਅਪਾਰਟਮੈਂਟਸ ਹੀ ਹੁੰਦੀਆਂ ਸੀਗੀਆਂ ਔਰ ਕਾਫੀ ਬਿਲਡਿੰਗਸ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਬਣਦੀਆਂ ਸੀਗੀਆਂ ਲੇਕਿਨ ਜਦੋਂ ਰੀਅਲ ਸਟੇਟ ਦੀਆਂ ਪ੍ਰਾਈਸਸ ਵਧਣੀਆਂ ਸ਼ੁਰੂ ਹੋਈਆਂ ਆਬਵੀਅਸਲੀ ਜਿਹੜੇ ਬਿਲਡਰਸ ਨੇ ਉਹਨਾਂ ਦਾ ਵੀ ਲਾਲਚ ਵਧਿਆ ਕਿਉਂਕਿ ਉਹਨਾਂ ਨੇ ਦੇਖਿਆ ਕਿ ਰੈਂਟਲ ਦੇ ਮੁਕਾਬਲੇ ਦੇ ਵਿੱਚ ਸੇਲ ਵਾਸਤੇ ਜੇ ਅਸੀਂ ਕੌਂਡੋਜ਼ ਬਣਾਈਏ ਤੇ ਉਹਦੇ 'ਚ ਸਾਨੂੰ ਜ਼ਿਆਦਾ ਫਾਇਦਾ ਆ ਸੋ ਰੈਂਟਲ ਬਿਲਡਿੰਗਸ ਬਣਨੀਆਂ ਬਿਲਕੁਲ ਬੰਦ ਹੋ ਗਈਆਂ ਸੀ ਮੈਨੂੰ ਜਿੱਥੋਂ ਤੱਕ ਯਾਦ ਆਉਂਦਾ ਕਿ ਸ਼ਾਇਦ ਹੀ ਕੋਈ ਪਿਛਲੇ 15-20 ਸਾਲਾਂ ਦੇ ਵਿੱਚ ਜੇ ਆਪਾਂ ਬਰੈਂਪਟਨ ਮਿਸਿਸਾਗਾ ਦੀ ਗੱਲ ਕਰੀਏ ਤੇ ਕੋਈ ਇਹੋ ਜਿਹੀ ਬਿਲਡਿੰਗ ਨਵੀਂ ਬਣੀ ਹੋਵੇ ਜਿਹੜੀ ਸਿਰਫ ਰੈਂਟਲ ਪਰਪਸ ਵਾਸਤੇ ਸੀਗੀ ਸੋ ਹੁਣ ਜਿਹੜੀ ਆਪਸ਼ਨ ਰਹਿ ਜਾਂਦੀ ਹੈ ਟੈਨੈਂਟ ਦੇ ਕੋਲ ਉਹ ਉਹੀ ਹੈ ਕਿ ਜਿਹੜਾ ਕਿਸੇ ਇਨਵੈਸਟਰ ਨੇ ਕੋਈ ਟਾਊਨ ਹਾਊਸ ਜਾਂ ਕੌਂਡੋ ਬਾਈ ਕੀਤਾ ਹੋਇਆ ਉਹਨੂੰ ਰੈਂਟ ਕਰੇ ਕੋਈ ਮਤਲਬ ਉਹਦੇ 'ਚ ਵੀ ਹੁਣ ਸਪਲਾਈ ਬਹੁਤ ਘੱਟ ਸੀ ਡਿਮਾਂਡ ਬਹੁਤ ਜ਼ਿਆਦਾ ਸੀਗੀ ਜਿਵੇਂ ਪ੍ਰਿਆ ਉਹਨਾਂ ਨੇ ਦੱਸਿਆ ਕਿ ਇੱਕ ਤਾਂ ਸਟੂਡੈਂਟਸ ਆ ਗਏ ਦੂਸਰੀ ਇਮੀਗ੍ਰੇਸ਼ਨ ਕੋਵਿਡ ਤੋਂ ਬਾਅਦ ਜਿਹੜਾ ਇੱਕਦਮ ਫਲੱਡ ਗੇਟਸ ਖੁੱਲੇ ਤੇ ਉਹ ਆਈ ਪਲੱਸ ਕਾਫੀ ਗਿਣਤੀ ਦੇ ਵਿੱਚ ਅਸੀਂ ਰਿਫਿਊਜੀਜ਼ ਨੂੰ ਵੀ ਲਿਆਂਦਾ ਇੱਥੇ ਸੋ ਇਹ ਸਾਰੀਆਂ ਚੀਜ਼ਾਂ ਨੇ ਮਿਲ ਕੇ ਜਿਹੜੀ ਇਨਵੈਂਟਰੀ ਅਵੇਲੇਬਲ ਵੀ ਸੀਗੀ ਉਹਨੂੰ ਡਿਪਲੀਟ ਕਰ ਦਿੱਤਾ ਉਹਨੂੰ ਖਤਮ ਕਰ ਦਿੱਤਾ ਔਰ ਚੈਲੰਜ ਆ ਗਿਆ ਕਿ ਮਾਰਕੀਟ ਦੇ ਵਿੱਚ ਈਵਨ ਰੈਂਟਲ ਵਾਸਤੇ ਵੀ ਇਨਵੈਂਟਰੀ ਨਹੀਂ ਸੀਗੀ ਸੋ ਬੜੀ ਵੱਡੀ ਸਮੱਸਿਆ ਸੀਗੀ ਇਹ
ਬਿਲਡਰਸ ਜਿਹੜੇ ਨੇ ਉਹ ਪ੍ਰੋਫਿਟ ਨੂੰ ਦੇਖਦੇ ਹੋਏ ਉਸ ਪਾਸੇ ਵੱਲ ਜਾਣਾ ਨਹੀਂ ਸੀ ਚਾਹੁੰਦੇ। ਸੋ ਹੁਣ ਸਰਕਾਰ ਨੇ ਇਹ ਜਿਵੇਂ ਕਿਉਂਕਿ ਕਾਫੀ ਵੱਡੇ ਪ੍ਰੋਜੈਕਟ ਹੁੰਦੇ ਨੇ, ਜੇ ਉਹਦਾ ਮਤਲਬ HST ਵੀ ਦੇਖਿਆ ਜਾਵੇ ਤੇ ਇੱਕ ਸਬਸਟੈਂਸ਼ੀਅਲ ਅਮਾਉਂਟ ਬਣ ਜਾਂਦਾ, ਬਹੁਤ ਵੱਡਾ ਅਮਾਉਂਟ ਬਣ ਜਾਂਦਾ। ਜੇ ਤੁਸੀਂ 100 ਯੂਨਿਟ ਦੀ ਬਿਲਡਿੰਗ ਵੀ ਬਣਾਉਣੀ ਹੈ ਤੇ ਉਹਦੀ HST ਜਿਹੜੀ ਹੈ ਮਤਲਬ ਕਾਫੀ ਜ਼ਿਆਦਾ ਅਮਾਉਂਟ ਬਣ ਜਾਂਦਾ, ਜਿਹੜਾ ਕਿ ਬਿਲਡਰ ਨੂੰ ਰਿਬੇਟ ਮਿਲ ਜਾਣੀ ਹੈ, ਉਹ ਉਹਨੂੰ ਪੇ ਨਹੀਂ ਕਰਨੀ ਪੈਣੀ। ਸੋ ਬਿਲਡਰਸ ਵਾਸਤੇ ਇਹ ਬੜਾ ਵੱਡਾ ਇਨਸੈਂਟਿਵਸ ਹੈ ਤੇ ਡੈਫੀਨਿਟਲੀ ਇਹ ਜਿਹੜੇ ਬਿਲਡਰਸ ਨੇ, ਡਿਵੈਲਪਰਸ ਨੇ, ਉਹ ਇਸ ਪਾਸੇ ਜਾਣਗੇ, ਇਸ ਸਕੀਮ ਦਾ ਫਾਇਦਾ ਲੈਣਗੇ ਔਰ ਉਹਦੇ ਨਾਲ ਜਿਹੜੀ ਰੈਂਟਲ ਮਾਰਕੀਟ ਆ ਉਹਦੇ ਚ ਸਪਲਾਈ ਜਿਹੜੀ ਆ ਵਧਣ ਦੇ ਚਾਂਸਸ ਨੇ। ਲੇਕਿਨ ਫਿਰ ਉਹੀ ਗੱਲ ਕਿ ਅੱਜ ਅਨਾਉਂਸ ਹੋਈ ਆ, ਜੇ ਕੋਈ ਅਪਾਰਟਮੈਂਟ ਬਿਲਡਿੰਗ ਬਣਨੀ ਹੈ ਉਹਨੂੰ 3 4 5 ਸਾਲ ਲੱਗਣਗੇ ਘੱਟੋ ਘੱਟ ਤਿਆਰ ਹੋਣ ਦੇ ਵਿੱਚ। ਮੇਰਾ ਅਗਲਾ ਸਵਾਲ ਇਹੀ ਸੀ ਤੁਹਾਨੂੰ ਕਿ ਇਹਨਾਂ ਨੇ ਅਨਾਉਂਸਮੈਂਟ ਤਾਂ ਕਰ ਦਿੱਤੀ ਹੈ, ਪਰ ਇਹਦਾ ਅਮਲੀ ਜਾਮਾ ਕਦੋਂ ਪਹਿਨਾਇਆ ਜਾਏਗਾ? ਕਿਉਂਕਿ ਤੁਸੀਂ ਆਪ ਇਸ ਚੀਜ਼ ਨੂੰ ਕਹਿੰਦੇ ਹੋ ਕਿ 5 ਤੋਂ 10 ਸਾਲ ਇੱਕ ਲੈਂਡ ਜਿਹੜੀ ਉੱਥੇ ਤੱਕ ਪਹੁੰਚਣ ਦੇ ਵਿੱਚ ਲੱਗ ਜਾਂਦੇ ਕਿ ਕੰਸਟਰਕਸ਼ਨ ਉਹਦੇ ਤੇ ਹੋ ਸਕੇ। ਤੁਹਾਨੂੰ ਨਹੀਂ ਲੱਗਦਾ ਜਿਹੜੇ ਪਿੱਛੇ ਲੂਪ ਹੋਲਸ ਨੇ ਥੋੜਾ ਜਿਹਾ ਇਹਨਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਕੰਸਟਰਕਸ਼ਨ ਨੂੰ ਥੋੜਾ ਛੇਤੀ ਨਾਲ ਵਧਾਇਆ ਜਾ ਸਕੇ? ਬਿਲਕੁਲ, ਉਹਨਾਂ ਦਾ ਜਿਹੜਾ ਇਹ 74 ਮਿਲੀਅਨ ਦਾ ਜਿਹੜਾ ਪੈਕੇਜ ਉਹਨਾਂ ਨੇ ਅਨਾਉਂਸ ਕੀਤਾ, ਉਹਦਾ ਮਕਸਦ ਹੀ ਇਹ ਹੈ ਤਰਨਜੀ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇਸ ਸਾਰੀ ਪ੍ਰੋਸੈਸ ਨੂੰ, ਰੈੱਡ ਟੇਪ ਨੂੰ ਖਤਮ ਕੀਤਾ ਜਾਵੇ। ਖਤਮ ਤਾਂ ਨਹੀਂ ਹੋ ਸਕਦੀ ਲੇਕਿਨ ਜਿੰਨਾ ਵੀ ਘੱਟ ਤੋਂ ਘੱਟ ਇਹਨੂੰ ਕੀਤਾ ਜਾ ਸਕਦਾ, ਕਿਉਂਕਿ ਜਿਹੜਾ ਹਾਊਸਿੰਗ ਦਾ ਮਸਲਾ ਹੈ ਇਹ ਜ਼ਿਆਦਾਤਰ ਮਿਊਨਿਸਪਲ ਤੇ ਪ੍ਰੋਵਿੰਸ਼ੀਅਲ ਹੈਗਾ ਆ। ਸੋ ਹੁਣ ਇਹਦੇ ਵਿੱਚ ਫੈਡਰਲ ਸਰਕਾਰ ਨੇ ਦਖਲ ਦਿੱਤਾ ਕਿਉਂਕਿ ਹੁਣ ਆਬਵੀਅਸਲੀ ਅੱਗੇ ਇਲੈਕਸ਼ਨ ਆਉਣੇ ਨੇ, ਵੋਟ ਬੈਂਕ ਨੂੰ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਸ਼ਾਂਤ ਕਰਨਾ ਹੈ, ਆਪਣੇ ਵੱਲ ਅਟਰੈਕਟ ਕਰਨਾ ਹੈ। ਸੋ ਇਹ ਸਾਰੀ ਉਹਦੀ ਹੋਈ ਤਿਆਰੀ ਹੋ ਰਹੀ ਹੈ ਜੀ। ਸੋ ਤੁਸੀਂ ਤਿਆਰੀ ਦੀ ਗੱਲ ਕੀਤੀ ਹੈ, ਪਰ ਇਹਦਾ ਜੇ ਅਸੀਂ ਆਉਣ ਵਾਲੇ ਸਮੇਂ 'ਚ ਥੋੜੇ ਲੰਬੇ ਲੌਂਗ ਟਰਮ 'ਚ ਦੇਖੀਏ, ਇਹਦਾ ਅਸਰ ਵੇਖਣ ਨੂੰ ਮਿਲੂਗਾ? ਤੁਹਾਨੂੰ ਲੱਗਦਾ ਹੈ ਕਿ ਕੋਈ ਦੇਖੇਗਾ, ਕੋਈ ਪੋਜ਼ਿਟਿਵ ਇੰਪੈਕਟ ਦੇਖੇਗਾ ਜਾਂ ਫਿਰ ਨਹੀਂ? ਕਿਉਂਕਿ ਜਿਸ ਤਰੀਕੇ ਨਾਲ ਇਸ ਵਕਤ ਇਮੀਗ੍ਰੈਂਟਸ ਆ ਰਹੇ ਨੇ, ਇਹ ਚੀਜ਼ ਵਿੱਚ ਹੀ ਕਿਤੇ ਨਾ ਕਿਤੇ ਅਲੋਪ ਹੋ ਜਾਏਗੀ। ਦੇਖੋ, ਡੈਫੀਨਿਟਲੀ ਕੁਛ ਨਾ ਕੁਛ ਫਰਕ ਤਾਂ ਇਹਦੇ ਨਾਲ ਪਏਗਾ ਹੀ, ਲੇਕਿਨ ਜਿਵੇਂ ਮੈਂ ਕਿਹਾ ਵੀ ਜੇ ਅੱਜ ਅਨਾਉਂਸ ਹੋਇਆ ਤੇ ਤੁਸੀਂ ਦੇਖੋਗੇ ਕਿ ਜੇ ਬਹੁਤ ਜਲਦੀ ਵੀ ਕੋਈ ਬਿਲਡਿੰਗ ਬਣ ਕੇ ਤਿਆਰ ਹੋਏ, ਉਹਨੂੰ 2-3 ਸਾਲ ਤਾਂ ਚਾਹੇ ਮਤਲਬ ਛੋਟੀ ਕਹਿ ਲਓ ਕੋਈ 8 ਯੂਨਿਟ ਦੀ, ਕੋਈ 10 ਯੂਨਿਟ ਦੀ ਬਿਲਡਿੰਗ ਨੂੰ 2-3 ਸਾਲ ਸਾਰੀ ਪ੍ਰੋਸੈਸ ਨੂੰ ਕਰਨ ਦੇ ਵਿੱਚ ਲੱਗ ਜਾਣਗੇ। ਸੋ ਇਮੀਡੀਏਟਲੀ ਇਹਦਾ ਕੋਈ ਇਫੈਕਟ ਪੈਂਦਾ ਨਜ਼ਰ ਨਹੀਂ ਆਉਂਦਾ, ਲੇਕਿਨ ਡੈਫੀਨਿਟਲੀ ਲੌਂਗ ਟਰਮ ਦੇ ਵਿੱਚ ਇਹਦਾ ਇਫੈਕਟ ਜਿਹੜਾ ਉਹ ਸਾਨੂੰ ਦੇਖਣ ਚ ਮਿਲੇਗਾ। ਪਰ ਇਹ ਜਿਹੜੀਆਂ ਅਨਾਉਂਸਮੈਂਟਸ ਹੋਈਆਂ, ਤੁਹਾਨੂੰ ਲੱਗਦਾ ਪ੍ਰਿਆ ਜੀ ਕਿ ਇਹਦੇ ਨਾਲ ਥੋੜਾ ਜਿਹਾ ਰੀਅਲ ਸਟੇਟ ਮਾਰਕੀਟ ਦੇ ਵਿੱਚ ਥੋੜੀ ਪੋਜ਼ਿਟਿਵਿਟੀ ਆਏਗੀ ਕਿ ਗਵਰਨਮੈਂਟ ਵੀ ਹੁਣ ਇਸ ਚੀਜ਼ ਵੱਲ ਧਿਆਨ ਦੇ ਰਹੀ ਹੈ, ਘੱਟੋ ਘੱਟ ਕਿ ਇਹ ਚੀਜ਼ ਥੋੜੀ ਕੰਟਰੋਲ 'ਚ ਹੋਏਗੀ? ਡੈਫੀਨੇਟਲੀ ਹੁਣ ਜਿਸ ਤਰ੍ਹਾਂ ਸੈਮ ਜੀ ਨੇ ਕਿਹਾ ਕਿ ਮੈਂ ਇਮੀਡੀਏਟਲੀ ਤਾਂ ਨਹੀਂ ਕਹਾਂਗੀ ਕਿ ਮਹੀਨੇ 'ਚ ਸਾਨੂੰ ਕੁਝ ਰਿਜ਼ਲਟ ਆ ਜਾਏਗਾ, ਬਟ ਯੈਸ ਜਿਹੜੀ ਆਹ ਰੈਂਟਲ ਬਿਲਡਿੰਗਸ ਦੀ ਅਨਾਉਂਸਮੈਂਟ ਹੋਈ ਹੈ, ਜੇ ਇਹ 3-4 ਸਾਲ 'ਚ ਵੀ ਕੰਪਲੀਟ ਹੋ ਜਾਂਦੀ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ 4 ਸਾਲ ਬਾਅਦ ਜਦੋਂ ਇਹ ਬਿਲਡਿੰਗਸ ਆਉਣਗੀਆਂ ਤਾਂ ਰੈਂਟਲ ਮਾਰਕੀਟ ਥੋੜੀ ਜਿਹੀ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਕਿ ਠਹਿਰ ਜਾਏਗੀ। ਕਿਉਂਕਿ ਇੱਕ ਤਾਂ ਇਹਨਾਂ ਦਾ ਪਲੱਸ ਪੁਆਇੰਟ ਇਹ ਹੈ ਕਿ ਜਿਹੜੀ ਰੈਂਟਲ ਬਿਲਡਿੰਗ ਹੈ, ਆਈ ਥਿੰਕ ਇਹ ਇੱਕੋ ਹੀ ਮੈਨੇਜਮੈਂਟ ਕੰਪਨੀ ਹੁੰਦੀ ਹੈ ਜਿਹੜੀ ਕਿ ਇਹਨੂੰ ਹੈਂਡਲ ਕਰਦੀ ਹੈ। ਸੋ ਉਹਨਾਂ ਦੇ ਹੱਥ 'ਚ ਹੀ ਸਾਰਾ ਰੈਂਟਲ ਹੁੰਦਾ ਆ। ਅਮਾਊਂਟਸ ਜਿਹੜੀਆਂ ਨੇ ਉਹਨਾਂ ਨੇ ਫਿਕਸ ਕੀਤੀਆਂ ਹੁੰਦੀਆਂ ਨੇ, ਇਹ ਨਹੀਂ ਕਿ ਹਰ ਕੋਈ ਆਪਣੀ ਮਨਮਰਜ਼ੀ ਦੇ ਨਾਲ ਅਲੱਗ-ਅਲੱਗ ਰੈਂਟ ਲੈ ਰਿਹਾ। ਸੋ ਉਹਦੇ ਨਾਲ ਮੈਨੂੰ ਇਹ ਲੱਗੇਗਾ ਕਿ ਲੋਕਾਂ ਨੂੰ ਵੀ ਥੋੜੀ ਜਿਹੀ ਅਫੋਰਡੇਬਿਲਿਟੀ ਜਿਹੜੇ ਹੈ ਉਹ ਜਿਹੜੀਆਂ ਇਹਦੇ ਚੈਲੰਜਸ ਨੇ ਉਹ ਨਹੀਂ ਆਣਗੇ। ਸਰ ਜਿਵੇਂ ਜੀ ਕੁਝ ਔਰ ਇਹ ਜਿਹੜੀਆਂ ਬਿਲਡਿੰਗਸ ਹੁੰਦੀਆਂ ਨੇ ਨਾ ਜੀ, ਇਹਨਾਂ ਦੇ ਵਿੱਚ ਜਿਹੜੀਆਂ ਕੁਝ ਇਹੋ ਜਿਹੇ ਯੂਨਿਟਸ ਮੈਂਡੇਟਰੀ ਹੁੰਦੇ ਨੇ ਜਿਹੜੇ ਕਿ ਲੋ ਇਨਕਮ ਫੈਮਲੀਜ਼ ਵਾਸਤੇ ਹੋਣ। ਸੋ ਜਿਵੇਂ ਕੋਈ ਫਾਈਨੈਂਸ਼ੀਅਲੀ ਵੀਕ ਫੈਮਲੀਜ਼ ਨੇ, ਵੈਲਫੇਅਰ ਤੇ ਨੇ, ਉਹਨਾਂ ਵਾਸਤੇ ਇਹ ਜ਼ਰੂਰੀ ਹੁੰਦਾ, ਬਿਲਡਰ ਵਾਸਤੇ, ਡਿਵੈਲਪਰ ਵਾਸਤੇ, ਕਿ ਕੁਝ ਯੂਨਿਟਸ ਉਹਨਾਂ ਵਾਸਤੇ ਵੀ ਬਣਾਏ ਜਾਣ ਤਾਂ ਕਿ ਹਰ ਇੱਕ ਨੂੰ ਮੌਕਾ ਮਿਲ ਸਕੇ ਉਸ ਬਿਲਡਿੰਗ ਦੇ ਵਿੱਚ ਰੈਂਟ ਕਰਨ ਦਾ। ਜੀ, ਕਿਉਂਕਿ ਇੱਕ ਚੈਲੰਜ ਹੋਰ ਮੈਂ ਰੈਂਟਲ ਮਾਰਕੀਟ ਦਾ ਜੋ ਦੇਖ ਰਹੀ ਹਾਂ ਅੱਜ ਕੱਲ੍ਹ, ਕਿਉਂਕਿ ਕਾਫੀ ਜ਼ਿਆਦਾ ਰੈਂਟਲ ਇਨਕੁਆਇਰੀਜ਼ ਆਉਂਦੀਆਂ, ਹੁਣ ਕਈ ਨਵੇਂ ਬਿਲਕੁਲ ਇਮੀਗ੍ਰੈਂਟ ਆਏ ਨੇ, ਆਪਾਂ ਸਾਰੇ ਉਹਨਾਂ ਕੋਲੋਂ ਕ੍ਰੈਡਿਟ ਹਿਸਟਰੀ ਦੀ ਡਿਮਾਂਡ ਕਰਦੇ ਹਾਂ, ਬਟ ਜੋ ਆਏ ਇਸ ਕੰਟਰੀ 'ਚ ਨਵੇਂ ਨੇ ਤਾਂ ਉਹਨਾਂ ਦੀ ਕ੍ਰੈਡਿਟ ਹਿਸਟਰੀ ਬਿਲਕੁਲ ਨਹੀਂ ਹੁੰਦੀ। ਸੋ ਆਈ ਥਿੰਕ ਇਹ ਜਿਹੜੀਆਂ ਬਿਲਡਿੰਗਸ
ਨੇ ਜਿਹੜੀਆਂ ਕੰਪਨੀਆਂ ਹੋਲਡ ਕਰਦੀਆਂ ਨੇ, ਆਈ ਥਿੰਕ ਇਹ ਸਾਰੇ ਕ੍ਰਾਈਟੇਰੀਆਜ਼ ਨੂੰ ਕੰਸੀਡਰ ਕਰਕੇ ਉਹਨਾਂ ਨੂੰ ਰੈਂਟ ਤੇ ਫਿਰ ਵੀ ਦੇ ਦਿੰਦੀਆਂ ਨੇ, ਕਿਉਂਕਿ ਆਮ ਪਬਲਿਕ ਜਿਹੜੀ ਹੈ ਬੀਇੰਗ ਆ, ਮੈਂ ਵੀ ਜੇ ਲੈਂਡਲॉर्ड ਹੋਵਾਂ ਆਈ ਐਮ ਲਿਟਲ ਵਰਿਡ ਕਿ ਪਤਾ ਨਹੀਂ ਰੈਂਟ ਦੇ ਪਾਣਗੇ ਨਹੀਂ ਪਾਣਗੇ, ਸੋ ਆਪਾਂ ਕੰਸੀਡਰ ਜ਼ਿਆਦਾ ਕਰਦੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ। ਸੋ ਆਈ ਥਿੰਕ ਸੋ ਇਟ ਵਿਲ ਬੀ ਹੈਲਪਫੁਲ ਜਿਹੜੇ ਟੈਨੈਂਟਸ ਆਣਗੇ ਨਵੇਂ। ਸਰ ਘਰਾਂ ਦੀਆਂ ਕੀਮਤਾਂ ਦੇ ਉੱਤੇ ਕੋਈ ਅਸਰ ਪਏਗਾ ਰੈਂਟਲ ਮਾਰਕੀਟ ਦੀ? ਤਾਂ ਜਿਵੇਂ ਸਰ ਮੈਮ ਨੇ ਗੱਲ ਕੀਤੀ ਹੈ ਕਿ ਸ਼ਾਇਦ ਇਹਦੇ ਉੱਤੇ ਇੰਪੈਕਟ ਪਵੇ, ਥੋੜਾ ਜਿਹਾ ਘਟਣਗੀਆਂ, ਪਰ ਘਰਾਂ ਦੀਆਂ ਕੀਮਤਾਂ ਦੇ ਉੱਤੇ ਕਿਸ ਦਾ ਕੋਈ ਅਸਰ ਪਏਗਾ ਇਹਨਾਂ ਸਾਰੀਆਂ ਅਨਾਉਂਸਮੈਂਟਸ ਚੋਂ ਕਿਸੇ ਦਾ? ਦੇਖੋ ਜੀ, ਇਹ ਜਿਹੜੀ ਸਾਰੀ ਖੇਡ ਹੈ ਪ੍ਰਾਈਸ ਦੀ, ਇਹ ਸਾਰੀ ਇੱਕੋ ਗੱਲ ਤੇ ਇਹਦਾ ਦਾਰੋਮਦਾਰ ਹੈ, ਉਹ ਹੈਗਾ ਡਿਮਾਂਡ ਐਂਡ ਸਪਲਾਈ। ਲੇਕਿਨ ਡਿਮਾਂਡ ਸਾਡੀ ਇੰਨੀ ਜ਼ਿਆਦਾ ਆ ਕਿ ਅਸੀਂ ਇਨਫ ਸਪਲਾਈ ਕਰ ਹੀ ਨਹੀਂ ਪਾ ਰਹੇ। ਓਕੇ, ਸੋ ਹਾਲਾਂਕਿ ਇਹ ਸਾਰੀਆਂ ਅਨਾਉਂਸਮੈਂਟਸ ਹੋਈਆਂ ਨੇ, ਪਰ ਜਿੰਨੀ ਕੁ ਡਿਮਾਂਡ ਹੈ ਉਹਦੇ ਮੁਤਾਬਿਕ ਫਿਰ ਵੀ ਘਰ ਨਹੀਂ ਬਣ ਰਹੇ। ਜਿਹੜੀ ਇਨਵੈਂਟਰੀ ਹੈ ਉਹ ਹਜੇ ਵੀ ਲੋ ਹੈਗੀ ਹੈ। ਇਹ ਨਹੀਂਗਾ ਕਿ ਜਿਹੜੇ ਘਰ ਅਵੇਲੇਬਲ ਨੇ ਮਾਰਕੀਟ ਦੇ ਵਿੱਚ ਉਹ ਸਾਰੇ ਦੇ ਸਾਰੇ ਵਿਕ ਜਾਂਦੇ ਨੇ, ਕਿਉਂਕਿ ਹਜੇ ਬਾਇਰ ਵੀ ਜਿਹੜਾ ਨਾ ਉਹ, ਹਾਲਾਂਕਿ ਗਵਰਨਮੈਂਟ ਨੇ ਇਹ ਅਨਾਉਂਸ ਕੀਤਾ ਕਿ ਇੰਟਰਸਟ ਰੇਟ ਨਹੀਂ ਵਧੇਗਾ ਸਪਟੈਂਬਰ ਦੇ ਵਿੱਚ, ਲੇਕਿਨ ਜਿਹੜੀ ਇੱਕ ਤਲਵਾਰ ਉਹਨਾਂ ਨੇ ਲਟਕਤੀ ਇਹ ਛੱਡ ਦਿੱਤੀ ਹੈ ਕਿ ਚਾਂਸਸ ਨੇ ਕਿ ਅੱਗੇ ਵੱਧ ਸਕਦੇ ਨੇ। ਓਕੇ, ਜੇ ਜ਼ਰੂਰਤ ਪਏਗੀ ਤੇ ਡੈਫੀਨਿਟਲੀ ਇੰਟਰਸਟ ਰੇਟ ਜਿਹੜਾ ਵੱਧ ਸਕਦਾ ਹੈ। ਸੋ ਉਹਦੇ ਨਾਲ ਕੀ ਹੋਇਆ ਕਿ ਫੇਰ ਜਿਹੜਾ ਬਾਇਰ ਮਾੜਾ ਮੋਟਾ ਤਿਆਰ ਵੀ ਹੋਇਆ ਸੀ, ਉਹਨੂੰ ਹੁਣ ਫੇਰ ਇਹ ਡਰ ਸਤਾਉਣ ਲੱਗ ਗਿਆ ਕਿ ਚਲੋ ਸਪਟੈਂਬਰ ਚ ਨਹੀਂ ਵਧਿਆ ਤੇ ਸ਼ਾਇਦ ਦਸੰਬਰ ਦੇ ਵਿੱਚ ਹੋਰ ਵੱਧ ਜਾਵੇ। ਸੋ ਉਹ ਅਨਸਰਟਨਟੀ ਇਹਨਾਂ ਨੇ ਖਤਮ ਨਹੀਂ ਕੀਤੀ। ਜੇ ਤਾਂ ਬੈਂਕ ਆਫ ਕੈਨੇਡਾ ਦਾਅਵੇ ਦੇ ਨਾਲ ਇਹ ਕਹਿ ਸਕਦਾ ਕਿ ਅਸੀਂ ਇੰਟਰਸਟ ਰੇਟ ਪੌਜ਼ ਕਰ ਦਿੱਤੇ ਨੇ, ਅਗਲੇ 6 ਸਾਲ ਜਾਂ ਅਗਲੇ 6 ਮਹੀਨੇ ਜਾਂ 1 ਸਾਲ ਦੇ ਵਿੱਚ ਇੰਟਰਸਟ ਰੇਟ ਨਹੀਂ ਵਧੇਗਾ, ਡੈਫੀਨਿਟਲੀ ਮਾਰਕੀਟ ਦੇ ਵਿੱਚ ਸਟੈਬਿਲਿਟੀ ਆਉਣੀ ਸੀਗੀ। ਜਿਹੜੇ ਬਾਇਰਸ ਰੈਡੀ ਵੀ ਹੈਗੇ ਨੇ, ਉਹਨਾਂ ਕੋਲ ਡਾਊਨ ਪੇਮੈਂਟ ਵੀ ਹੈਗੀ ਹੈ, ਸਭ ਤਿਆਰੀ ਹੈ, ਉਹ ਕੁਆਲੀਫਾਈ ਵੀ ਕਰਦੇ ਨੇ, ਲੇਕਿਨ ਉਹ ਸਟੈਪ ਨਹੀਂ ਲੈ ਪਾ ਰਹੇ ਕਿਉਂਕਿ ਇਹ ਅਨਸਰਟਨਟੀ ਹੈਗੀ ਹੈ ਮਾਰਕੀਟ ਦੇ ਵਿੱਚ ਕਿ ਪਤਾ ਨਹੀਂ ਇੰਟਰਸਟ ਰੇਟ ਕਦੋਂ ਵੱਧ ਜਾਣਾ ਹੈ। ਸੋ ਤੁਹਾਡੀ ਗੱਲ ਤੇ ਜੇ ਮੈਂ ਵਾਪਸ ਆਵਾਂ, ਡੈਫੀਨਿਟਲੀ ਜਦੋਂ ਸਪਲਾਈ ਵਧੇਗੀ ਤਾਂ ਪ੍ਰਾਈਸਸ ਦੇ ਉੱਤੇ ਉਹਦਾ ਇਫੈਕਟ ਪਏਗਾ, ਲੇਕਿਨ ਨਾਲ ਦੀ ਨਾਲ ਅਸੀਂ ਡਿਮਾਂਡ ਵੀ ਸਾਡੀ, ਖਾਸ ਕਰਕੇ ਜੇ ਆਪਾਂ GTA ਦੀ ਗੱਲ ਕਰੀਏ, ਇੰਨੀ ਜ਼ਿਆਦਾ ਆ ਕਿ ਮੈਨੂੰ ਲੱਗਦਾ ਨਹੀਂ ਕਿ ਜਿੰਨੀ ਵੀ ਸਪਲਾਈ ਹੋਏਗੀ ਉਹ ਇਨਫ ਹੋਏਗੀ ਡਿਮਾਂਡ ਨੂੰ ਜਿਹੜਾ ਪੂਰਾ ਕਰਨ ਵਾਸਤੇ। ਸਰ ਜਿਵੇਂ ਤੁਸੀਂ ਇਹਦੀ ਗੱਲ ਕੀਤੀ ਹੈ ਕਿ ਡਿਮਾਂਡ ਨੂੰ ਪੂਰਾ ਕਰਨ ਲਈ ਜ਼ਿਆਦਾ ਨਹੀਂ ਹੋਏਗੀ, ਪਰ ਜੇ ਹੁਣ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਮਾਰਕੀਟ ਦੀ ਸਿਚੁਏਸ਼ਨ ਕਿਦਾਂ ਦੀ ਹੈਗੀ ਆ? ਪੌਜ਼ ਹੋਏ ਆ, ਇਨਵੈਂਟਰੀ 'ਚ ਕੋਈ ਵਾਧਾ ਹੋਇਆ? ਕਿਉਂਕਿ ਮਾਰਕੀਟ 'ਚ ਜੇ ਹਲਚਲ ਦੇਖੀਏ, ਸੇਲਸ ਵਗੈਰਾ ਕਿੰਨੀਆਂ ਕੁ ਰਹੀਆਂ ਨੇ? ਜੀ, ਜੇ ਆਪਾਂ ਬਰੈਂਪਟਨ ਦੀ ਗੱਲ ਕਰੀਏ ਤਾਂ ਵੀਕਲੀ ਆਪਾਂ ਜੇ ਸੇਲ ਦੇਖਦੇ ਹਾਂ ਤੇ ਤਕਰੀਬਨ 50 ਦੇ ਕਰੀਬ ਪ੍ਰਾਪਰਟੀਆਂ ਜਿਹੜੀਆਂ ਹਰ ਵੀਕ ਸੈਲ ਹੋ ਰਹੀਆਂ ਬਰੈਂਪਟਨ ਦੇ ਵਿੱਚ। ਇਨਵੈਂਟਰੀ ਜਿਹੜੀ ਆ ਉਹ 1100 ਤੋਂ ਲੈ ਕੇ 1200 1250 ਦੇ ਵਿੱਚ ਜਿਹੜੀ ਆ ਫਲਕਚੁਏਟ ਕਰ ਰਹੀ ਹੈ। ਉਹਦਾ ਰੀਜ਼ਨ ਇਹੀ ਹੈ ਕਿ ਮਤਲਬ ਇਹ ਕਿਉਂਕਿ ਸੇਲਸ ਜਿਹੜੀਆਂ ਨੇ ਉਹ ਕਾਫੀ ਘੱਟ ਨੇ, ਇਸ ਕਰਕੇ ਲੱਗਦਾ ਕਿ ਮਾਰਕੀਟ ਦੇ ਵਿੱਚ ਇਨਵੈਂਟਰੀ ਬਹੁਤ ਜ਼ਿਆਦਾ ਹੈਗੀ ਹੈ, ਪਰ ਐਕਚੁਅਲੀ ਇਨਵੈਂਟਰੀ ਜਿਹੜੀ ਹੈ ਜਿਸ ਹਿਸਾਬ ਨਾਲ ਮਾਰਕੀਟ ਦੇ ਵਿੱਚ ਆ ਰਹੀ ਹੈ ਉਸ ਹਿਸਾਬ ਦੇ ਨਾਲ ਉਹਦੀ ਖਪਤ ਨਹੀਂ ਹੋ ਰਹੀ। ਸੋ ਇਸ ਕਰਕੇ ਸਾਨੂੰ ਲੱਗਦਾ ਕਿ ਘਰ ਕਾਫੀ ਜ਼ਿਆਦਾ ਨੇ, ਕਿਉਂਕਿ ਜਿਹੜੀ ਇਨਵੈਂਟਰੀ ਤਕਰੀਬਨ ਜਿਹੜੀ ਇੱਕ ਹੈਲਦੀ ਮਾਰਕੀਟ ਹੈ ਉਹਦੇ ਵਿੱਚ 10% ਇਨਵੈਂਟਰੀ ਜਿਹੜੀ ਆ ਉਹ ਖਪਤ ਹੁੰਦੀ ਰਹਿੰਦੀ ਹੈ, ਲੇਕਿਨ ਹੁਣ ਜਿਹੜੀ ਆ ਉਹ ਤਕਰੀਬਨ ਮੇਰੇ ਖਿਆਲ ਦੇ ਵਿੱਚ 2.5-3% ਇਨਵੈਂਟਰੀ ਜਿਹੜੀ ਆ ਉਹਦੀ ਖਪਤ ਹੋ ਰਹੀ ਹੈ। ਪਤਾ ਨਹੀਂ ਤੁਸੀਂ ਜਿਵੇਂ ਗੱਲ ਕਰ ਰਹੇ ਹੋ, ਪਰ ਜਦੋਂ ਕਿਸੇ ਸਟਰੀਟ 'ਚੋਂ ਲੰਘੀ ਤਾਂ ਉੱਥੇ ਦਾ ਬੋਰਡ ਲੱਗਿਆ ਹੁੰਦਾ ਕਿ ਓਵਰ ਆਸਕਿੰਗ 'ਚ ਘਰ ਵਿਕਿਆ ਹੈ। ਹੁਣ ਉਹ ਕਾਫੀ ਘਟ ਗਏ ਜੀ। ਹੁਣ ਇਹ ਵੀ ਇੱਕ ਮਾਰਕੀਟਿੰਗ ਗਿਮਿਕ ਹੈ ਜੀ। ਜੇ ਉਸ ਘਰ ਦੀ ਮਾਰਕੀਟ ਵੈਲਿਊ ਜਿਹੜੀ ਹੈ, ਜੇ ਮੰਨ ਲਓ 1 ਮਿਲੀਅਨ ਹੈ ਔਰ ਉਹਨੂੰ ਰੀਅਲਟਰ ਨੇ ਸਿਰਫ ਮਾਰਕੀਟਿੰਗ ਸਟ੍ਰੈਟਜੀ ਕਰਕੇ 7 ਲੱਖ ਦਾ ਲਾ ਦਿੱਤਾ ਤੇ ਉਹਨੇ ਵਿਕਣਾ ਤਾਂ ਮਿਲੀਅਨ ਦੇ ਨੇੜੇ ਤੇੜੇ ਹੀ ਹੈ ਨਾ, ਲੇਕਿਨ ਜਿਹੜੀ ਪ੍ਰਾਈਸ ਤੇ ਉਹ ਲਿਸਟ ਹੋਇਆ ਸੀ ਉਹਦੇ ਨਾਲੋਂ 3 ਲੱਖ ਉੱਤੇ ਗਿਆ। ਸੋ ਉਹ ਸੋਲਡ ਓਵਰ ਆਸਕਿੰਗ ਦਾ ਡੈਫੀਨਿਟਲੀ ਉਹਨਾਂ ਨੇ ਸਾਈਨ ਲਾਉਣਾ ਹੈ ਜੀ। ਸਰ ਇਸ ਟਾਈਮ ਜਿਨ੍ਹਾਂ ਦੀਆਂ ਮਾਰਗੇजेस ਦੀ ਗੱਲ ਹੋ ਰਹੀ ਹੈ, ਰਿਨਿਊਅਲ ਦੀ ਗੱਲ ਹੋ ਰਹੀ ਆ, ਉਹਨਾਂ ਨੂੰ ਕਾਫੀ ਚੈਲੰਜ ਇਸ ਵਕਤ ਦੇਖਣ ਨੂੰ ਮਿਲ ਰਿਹਾ, ਉਹਨਾਂ ਨੂੰ ਕੀ ਸੁਜੈਸਟ ਕਰਨਾ ਚਾਹੋਗੇ?
ਦੇਖੋ ਜੀ, ਇਹ ਚੈਲੰਜਿੰਗ ਟਾਈਮ ਹੈ, ਨੋ ਡਾਊਟ। ਇਹਦੇ ਵਿੱਚ ਜਿਹੜਾ ਕਿਉਂਕਿ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕਿ ਮੌਰਗੇਜ ਰੇਟਸ ਇੰਨੇ ਜ਼ਿਆਦਾ ਵੀ ਵੱਧ ਸਕਦੇ ਨੇ, ਕਿਉਂਕਿ ਇੱਕ ਲੰਮਾ ਸਮਾਂ ਅਸੀਂ ਇੰਜੋਏ ਕੀਤਾ ਲੋਐਸਟ, ਹਿਸਟੋਰੀਕਲੀ ਲੋਐਸਟ ਮੈਂ ਕਹੂੰਗਾ ਰੇਟਸ ਨੂੰ। ਹੁਣ ਜਿਹੜੀ ਬੈਸਟ ਬੈਟ ਇਸ ਕੇਸ ਦੇ ਵਿੱਚ ਇਹੀ ਹੈ ਕਿ ਜਿਹੜੇ ਬੈਂਕ ਦੇ ਨਾਲ ਉਹਨਾਂ ਦੀ ਮੌਰਗੇਜ ਹੁਣ ਐਗਜ਼ਿਸਟਿੰਗ ਹੈਗੀ ਹੈ, ਉਹੀ ਬੈਂਕ ਜਿਹੜਾ ਆ ਉਹ ਤੁਹਾਡੇ ਲਈ ਬੈਸਟ ਕਰ ਸਕਦਾ, ਕਿਉਂਕਿ ਜੇ ਤੁਸੀਂ ਕਿਸੇ ਹੋਰ ਬੈਂਕ ਕੋਲ ਜਾਂਦੇ ਹੋ ਤੇ ਚਾਂਸਸ ਨੇ ਕਿ ਤੁਹਾਡਾ ਉਹ ਮੌਰਗੇਜ ਅਮਾਉਂਟ ਅਪਰੂਵ ਨਾ ਹੋਵੇ। ਓਕੇ, ਸੋ ਬੈਸਟ ਬੈਟ ਇਹੀ ਰਹਿ ਜਾਂਦੀ ਹੈ ਕਿ ਜਿਹੜੀ ਐਗਜ਼ਿਸਟਿੰਗ ਬੈਂਕ ਹੈਗੀ, ਅਨਲੈਸ ਕੋਈ ਇੱਦਾਂ ਦੀ ਗੱਲ ਹੋਈ ਹੈ ਕਿ ਉਸ ਬੈਂਕ ਨੇ ਰਿਫਿਊਜ਼ ਕਰ ਦਿੱਤਾ ਹੈ, ਮੰਨ ਲਓ ਤੁਸੀਂ ਕੋਈ ਪੇਮੈਂਟਸ ਮਿਸ ਕੀਤੀਆਂ ਨੇ ਜਾਂ ਹੋਰ ਰੀਜ਼ਨ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਤੁਸੀਂ ਜਿਹੜੀ ਮੌਰਗੇਜ ਹੈ ਉਹ ਪੇ ਨਹੀਂ ਕਰ ਪਾਓਗੇ, ਤੇ ਬੈਂਕ ਰਿਫਿਊਜ਼ ਵੀ ਕਰ ਸਕਦਾ ਹੈ। ਲੇਕਿਨ ਮੋਸਟ ਕੇਸਿਸ ਦੇ ਵਿੱਚ ਇਹ ਹੁੰਦਾ ਕਿ ਉਹ ਬੈਂਕ ਰੀਨਿਊ ਕਰ ਦਿੰਦਾ। ਹਾਂਜੀ, ਉਹਨਾਂ ਦਾ ਰੇਟ ਆਫ ਇੰਟਰਸਟ ਥੋੜਾ ਜਿਹਾ ਹਾਈ ਜ਼ਰੂਰ ਹੋਊਗਾ, ਲੇਕਿਨ ਐਟਲੀਸਟ ਤੁਹਾਨੂੰ ਮੌਰਗੇਜ ਤਾਂ ਮਿਲ ਰਹੀ ਹੈ। ਜੀ ਤੁਸੀਂ ਕੁਝ ਕਹਿਣਾ ਚਾਹੋਗੇ ਪ੍ਰਿਆ ਜੀ? ਮਤਲਬ ਕਿਹੜੀ ਵੱਲ ਜ਼ਿਆਦਾ ਜਾ ਜਾਵੇ, ਵੈਰੀਏਬਲ ਬੈਟਰ ਰਹੇਗੀ ਜਾਂ ਫਿਕਸਡ? ਮੈਂ ਉਹੀ ਕਹਿਣ ਲੱਗੀ ਸੀਗੀ ਕਿ ਇਹ ਅੱਜ ਕੱਲ ਦੇ ਜੋ ਸਿਚੁਏਸ਼ਨ ਚੱਲ ਰਹੀ ਹੈ, ਬਿਕੋਜ਼ ਜੇ ਤੁਸੀਂ ਫਿਕਸਡ ਮੰਨ ਲਓ ਕਿ 6.5 ਦੇ ਉੱਤੇ ਕਰ ਲੈਂਦੇ ਹੋ ਤਾਂ ਯੂ ਹੈਵ ਟੂ ਐਟਲੀਸਟ ਲੌਕ ਇਟ ਫॉर 3 ਸਾਲ ਵਾਸਤੇ। तो ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਨੈਕਸਟ ਈਅਰ ਬਾਈ ਐਂਡ ਆਫ ਕਹਿ ਲਓ ਸਮਰ ਤੱਕ ਥੋੜੇ ਬਹੁਤੇ ਇੰਟਰਸਟ ਰੇਟ ਵਿੱਚ ਫਰਕ ਆਏ। ਸੋ ਬੈਟਰ ਇਹੀ ਹੈ ਕਿ ਵੇਰੀਏਬਲ ਜ਼ਰੂਰ, ਨੋ ਡਾਊਟ ਤੁਹਾਨੂੰ ਥੋੜੀ ਦੇਰ ਲਈ 7-8 ਮਹੀਨੇ ਮੁਸ਼ਕਿਲ ਲੱਗੇਗੀ ਜਾਂ ਮਹਿੰਗੀ ਲੱਗੇਗੀ ਐਜ਼ ਕੰਪੇਅਰ ਟੂ ਫਿਕਸਡ, ਬਟ ਜੇ ਤੁਸੀਂ ਹੁਣ ਉਹਨੂੰ ਕਨਵਰਟ ਵੇਰੀਏਬਲ ਦੇ ਵਿੱਚ ਹੀ ਲਓਗੇ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਜੇ ਫਿਕਸ ਨੂੰ ਤੁਸੀਂ ਬਾਅਦ ਚੋਂ ਬ੍ਰੇਕ ਇਨ ਕਰੋਗੇ ਤਾਂ ਉਹਦੇ ਵਿੱਚ ਪੈਨਲਟੀਜ਼ ਜਿਹੜੀਆਂ ਬਹੁਤ ਜ਼ਿਆਦਾ ਪੈਣਗੀਆਂ। ਸੋ ਬੈਟਰ ਇਹੀ ਹੈ ਕਿ ਤੁਸੀਂ ਹੁਣ ਥੋੜੀ ਦੇਰ ਦੇ ਲਈ ਵੇਰੀਏਬਲ ਲੈ ਲਓ ਐਂਡ ਫਿਰ ਬਾਅਦ ਚੋਂ ਜਦੋਂ ਕਿਉਂਕਿ ਵੇਰੀਏਬਲ ਨੂੰ ਤੁਸੀਂ ਕਦੇ ਵੀ ਫਿਕਸ ਵਿੱਚ ਕਨਵਰਟ ਕਰ ਸਕਦੇ ਹੋ, ਮਗਰ ਫਿਕਸ ਨੂੰ ਵੇਰੀਏਬਲ 'ਚ ਨਹੀਂ ਕਨਵਰਟ ਕਰ ਸਕਦੇ। ਜੇ ਕਰੋਗੇ ਤਾਂ ਫਿਰ ਤੁਹਾਨੂੰ ਪੈਨਲਟੀਜ਼ ਪੈਣਗੀਆਂ। ਰੇਟ ਆਫ ਇੰਟਰਸਟ ਜੀ, ਇਹਦੇ 'ਚ ਦੂਸਰੀ ਵੇਰੀਏਬਲ ਦਾ ਜਿਹੜਾ ਦੂਸਰਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਮੰਨ ਲਓ ਕਿਸੇ ਕਾਰਨ ਕਰਕੇ ਕੱਲ ਨੂੰ ਤੁਹਾਨੂੰ ਪ੍ਰਾਪਰਟੀ ਜਿਹੜੀ ਹੈ ਵੇਚਣੀ ਪੈਂਦੀ ਹੈ, ਤਾਂ ਵੇਰੀਏਬਲ ਦੇ ਵਿੱਚ ਤੁਹਾਨੂੰ ਜਿਹੜੀ ਇੰਟਰਸਟ ਪੈਨਲਟੀ ਹੈ ਉਹ 3 ਮਹੀਨੇ ਦਾ ਇੰਟਰਸਟ ਯੂਜੂਅਲੀ ਜਿਹੜਾ ਬੈਂਕ ਹੈ ਉਹ ਲਾਉਂਦਾ ਹੈਗਾ। ਜਿਹੜੀ ਫਿਕਸਡ ਮੌਰਗੇਜ ਹੈ ਉਹਦੇ ਵਿੱਚ ਜਿਹੜੀ ਪੈਨਲਟੀ ਹੈ ਉਹ ਬਹੁਤ ਜ਼ਿਆਦਾ ਹਾਈ ਹੁੰਦੀ ਹੈ, ਕਿਉਂਕਿ ਉਹ ਇੰਟਰਸਟ ਰੇਟ ਡਿਫਰੈਂਟ, ਜਿਹੜਾ ਅੱਜ ਦਾ ਰੇਟ ਹੈ, ਜਿਹੜੇ ਰੇਟ ਤੇ ਤੁਹਾਡੀ ਮੌਰਗੇਜ ਹੈ ਉਹਦਾ ਡਿਫਰੈਂਸ ਕੈਲਕੂਲੇਟ ਕਰਕੇ ਉਹ ਜਿਹੜੀ ਪੈਨਲਟੀ ਹੈ ਬਹੁਤ ਜ਼ਿਆਦਾ ਹਾਈ ਹੋ ਜਾਂਦੀ ਹੈ। ਸਰ ਵੈਸੇ ਕਦੋਂ ਤੱਕ ਹਾਲਾਤ ਹੈਗੇ ਆ ਠੀਕ ਹੋਣ ਦੇ ਵੀ ਲੋਕੀ ਸੋਚ ਸਕਣ ਕਿ ਵੀ ਹੁਣ ਥੋੜਾ ਜਿਹਾ ਨੀਚੇ ਜਾਣੀ ਸ਼ੁਰੂ ਹੋ ਰਹੀ ਹੈ ਰੇਟ ਆਫ ਇੰਟਰਸਟ? ਪ੍ਰੈਡਿਕਟ ਕਰਨਾ ਤਾਂ ਬਹੁਤ ਔਖਾ ਹੈ ਤਰਨ ਜੀ, ਪਰ ਜੇ ਇਸ ਹਿਸਾਬ ਦੇ ਨਾਲ ਜਿਵੇਂ ਕਿ ਇਨਫਲੇਸ਼ਨ ਕਾਫੀ ਕੰਟਰੋਲ ਦੇ ਵਿੱਚ ਹੈ, ਜੇ ਇਨਫਲੇਸ਼ਨ ਸਾਡੀ ਕੰਟਰੋਲ ਰਹਿੰਦੀ ਹੈ, ਹੋ ਸਕਦਾ ਹੈ ਕਿ ਅਸੀਂ ਦੇਖੀਏ ਕਿ ਜਿਹੜੀ ਸਪ੍ਰਿੰਗ ਜਾਂ ਸਮਰ ਮਾਰਕੀਟ ਹੈ ਉਹਦੇ ਵਿੱਚ ਕੁਝ ਰਾਹਤ ਮਿਲਦੀ ਨਜ਼ਰ ਆਉਂਦੀ ਹੈ ਜੇ ਚੀਜ਼ਾਂ ਇਸ ਤਰ੍ਹਾਂ ਹੀ ਚੱਲਦੀਆਂ ਰਹੀਆਂ ਤਾਂ। ਸਾਡੇ ਦਰਸ਼ਕਾਂ ਦੇ ਲਈ ਤੁਹਾਡੇ ਕੋਲ ਹਮੇਸ਼ਾ ਕੁਝ ਓਪਰਚੁਨਿਟੀਜ਼ ਹੁੰਦੀਆਂ ਨੇ, ਕੁਝ ਪ੍ਰੋਪਰਟੀਆਂ ਹੁੰਦੀਆਂ ਨੇ, ਥੋੜੀਆਂ ਜਿਹੀ ਅੱਜ ਉਹਨਾਂ ਨੂੰ ਵੀ ਉਹਦੇ ਥੋੜਾ ਦਿਖਾਇਆ ਜਾਵੇ। ਲਿਸਟਿੰਗਸ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੀਆਂ, ਸੋ ਜੇਕਰ ਕੋਈ ਪ੍ਰਾਪਰਟੀ 'ਚ ਤੁਹਾਡਾ ਕੋਈ ਇੰਟਰਸਟ ਹੈਗਾ, ਟੀਮ ਅਰੋੜਾ ਨੂੰ ਕੰਟੈਕਟ ਕਰ ਸਕਦੇ ਹੋ। ਜੀ ਮੈਮ। ਸਭ ਤੋਂ ਪਹਿਲਾਂ ਮੈਂ ਫਸਟ ਟਾਈਮ ਬਾਇਰਸ ਵਾਸਤੇ ਜਿਹੜੇ ਕਿ ਇਸ ਮਾਰਕੀਟ 'ਚ ਐਂਟਰ ਹੋਣਾ ਚਾਹੁੰਦੇ ਨੇ, ਜਿਹੜੇ 5-5.5 ਲੱਖ ਦੀ ਰੇਂਜ ਤੱਕ ਦਾ ਇੱਕ ਘਰ ਦੇਖ ਰਹੇ ਨੇ, ਸਾਡੇ ਕੋਲ ਇੱਕ ਕਾਫੀ ਵਧੀਆ ਓਪਰਚੁਨਿਟੀ ਹੈ ਮਿਸਿਸਾਗਾ ਵਿੱਚ ਸਕੁਆਇਰ 1 ਦੇ ਕੋਲ। ਇੱਕ ਬੈਡਰੂਮ ਦਾ ਅਪਾਰਟਮੈਂਟ ਹੈ ਐਂਡ ਦੈਟ ਇਜ਼ ਲਿਸਟਡ ਓਨਲੀ ਫॉर 525 ਔਰ ਉਹਦੀ ਸਕੁਆਇਰ ਫਿਟੇਜ ਵੀ ਕਾਫੀ ਜ਼ਿਆਦਾ ਅੱਛੀ ਹੈ। 50 ਐਬਸੋਲਿਊਟ ਐਵੇਨਿਊ ਬਿਲਡਿੰਗ ਹੈ ਐਂਡ ਉਹ 650 ਸਕੁਆਇਰ ਫੀਟ ਦਾ ਹੈ। ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ, ਸਾਡੇ ਕੋਲ ਇੱਕ ਹੋਰ ਇਸੇ ਤਰ੍ਹਾਂ ਦਾ ਸਟੈਕ ਟਾਊਨ ਹਾਊਸ ਅਵੇਲੇਬਲ ਹੈ ਬ੍ਰੈਂਪਟਨ ਵਿੱਚ 70 ਬੇ ਕਲਿਫ ਦੇ ਉੱਤੇ। ਇਟਸ ਅ 2 ਬੈਡਰੂਮ ਅਪਾਰਟਮੈਂਟ ਕੌਂਡੋ ਸਟੈਕ ਟਾਊਨ ਹਾਊਸ ਹੈ ਔਰ ਇਹਦੀ ਵੀ ਪ੍ਰਾਈਸ ਜਿਹੜੀ ਹੈ ਆਲਮੋਸਟ 7 ਲੱਖ ਦੇ ਕੋਲ ਹੈ। ਇਸ ਤੋਂ ਇਲਾਵਾ ਕੋਈ ਵੀ ਭੈਣ ਭਰਾ ਜਿਹੜੇ ਅਪਸਾਈਜ਼ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਸਾਡੇ ਕੋਲੋਂ ਬ੍ਰੈਂਪਟਨ ਦੇ ਵਿੱਚ 2 ਕਾਫੀ ਵਧੀਆ ਡੀਟੈਚ ਘਰ ਅਵੇਲੇਬਲ ਨੇ ਐਂਡ ਦੋਨੋਂ ਜਿਹੜੇ ਨੇ ਲੀਗਲ ਬੇਸਮੈਂਟ ਅਪਾਰਟਮੈਂਟ ਨੇ। ਪਹਿਲਾ ਹੈ 10 ਹੈਨਰੀ ਵਰਸੇਸ਼ਨ ਦੇ ਉੱਤੇ ਔਰ ਦੂਸਰਾ ਹੈ 12 ਟਾਈਡ ਵਾਟਰ ਦੇ ਉੱਤੇ। ਦੋਨਾਂ ਹੀ ਘਰਾਂ ਵਿੱਚ 2 ਬੈਡਰੂਮ ਦੀ ਬੇਸਮੈਂਟ ਬਣੀ ਹੋਈ ਹੈ ਔਰ ਤੁਹਾਨੂੰ ਐਕਸਟਰਾ ਸਪੋਰਟ ਰੈਂਟਲ ਇਨਕਮ ਤੋਂ ਮਿਲ ਸਕਦੀ ਹੈ। ਇਹ ਲੀਗਲ ਦੋਵੇਂ ਜਿਹੜੀਆਂ ਦੋਨੋਂ ਬੇਸਮੈਂਟਸ ਨੇ, ਹਾਂਜੀ। 12 ਟਾਈਡ ਵਾਟਰ ਦੇ ਵਿੱਚ ਵੀ ਲੀਗਲ ਬੇਸਮੈਂਟ ਅਪਾਰਟਮੈਂਟ ਹੈ ਜੀ। ਇਸ ਤੋਂ ਬਾਅਦ ਸਾਡੇ ਕੋਲ ਇੱਕ ਹੋਰ ਕਾਫੀ ਅੱਛੀ ਪ੍ਰਾਪਰਟੀ ਹੈ, ਜੇ ਕੋਈ ਵੀ 3000 ਸਕੁਆਇਰ ਫੀਟ ਤੋਂ ਉੱਪਰ ਦਾ ਘਰ ਆਪਣੇ ਲਈ ਬ੍ਰੈਂਪਟਨ ਵਿੱਚ ਦੇਖ ਰਿਹਾ ਹੈ, ਸਟੀਲ ਐਂਡ ਮੇਵਿਸ ਏਰੀਆ ਵਿੱਚ,
56 ਹੈਂਡਰਿਕਸ ਕ੍ਰੈਸੈਂਟ ਦੇ ਉੱਤੇ ਹੈ ਐਂਡ ਉਹਦੇ ਵਿੱਚ ਵੀ 2 ਬੈਡਰੂਮ ਦੀ ਲੀਗਲ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਹੈ ਔਰ ਉਹਦੀ ਪ੍ਰਾਈਸ ਜਿਹੜੀ ਹੈ ਅਪਰੋਕਸੀਮੇਟਲੀ ਤੁਸੀਂ ਕਹਿ ਸਕਦੇ ਹੋ ਕਿ 17 ਕੁ ਲੱਖ ਦੇ ਕੋਲ ਹੈ। ਤਾਂ ਇਹਨਾਂ ਪ੍ਰਾਪਰਟੀਆਂ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਸਾਨੂੰ ਟੀਮ ਅਰੋੜਾ ਨੂੰ ਕੰਟੈਕਟ ਕਰ ਸਕਦੇ ਹੋ ਜੀ। ਇੱਕ ਜਿਹੜੀ ਬਿਜ਼ਨਸ ਓਪਰਚੁਨਿਟੀ ਸਾਡੇ ਕੋਲ ਆਈ ਹੈ, ਉਹਦੀ ਪਿਕਚਰ ਤਾਂ ਨਹੀਂ ਅਸੀਂ ਦਿਖਾ ਪਾਵਾਂਗੇ ਦਰਸ਼ਕਾਂ ਨੂੰ। ਇੱਕ ਬੈਂਕੁਏਟ ਹਾਲ ਬਿਜ਼ਨਸ ਜਿਹੜਾ ਕਿ ਬਹੁਤ ਹੀ ਸਕਸੈਸਫੁਲੀ ਚੱਲ ਰਿਹਾ ਬਰੈਂਪਟਨ ਦੇ ਵਿੱਚ, ਬਹੁਤ ਵਧੀਆ ਲੋਕੇਸ਼ਨ ਹੈ ਔਰ ਇਹ ਬੈਂਕੁਏਟ ਹਾਲ ਬਿਜ਼ਨਸ ਓਨਲੀ ਪ੍ਰੋਪਰਟੀ ਨਹੀਂ ਹੈ, ਬਿਜ਼ਨਸ ਓਨਲੀ ਸੇਲ ਲਈ ਆਇਆ ਹੈ। ਇਹਦੀ ਵਧੇਰੇ ਜਾਣਕਾਰੀ ਲਈ ਵੀ ਦਰਸ਼ਕ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਇਹ ਕਾਫੀ ਅੱਛੀ ਓਪਰਚੁਨਿਟੀ ਹੈ ਕਿਉਂਕਿ ਜਿਹੜਾ ਬੈਂਕੁਏਟ ਹਾਲ ਬਿਜ਼ਨਸ ਹੈ ਇਸ ਵੇਲੇ ਕਾਫੀ ਡਿਮਾਂਡ ਦੇ ਵਿੱਚ ਹੈ। ਕਾਫੀ ਸਾਰੇ ਸਾਡੇ ਦਰਸ਼ਕ ਜਿਹੜੇ ਨੇ, ਸਾਡੇ ਕਲਾਇੰਟਸ ਜਿਹੜੇ ਨੇ ਉਹ ਹੌਸਪਿਟੈਲਿਟੀ ਬਿਜ਼ਨਸ ਦੇਖ ਰਹੇ ਨੇ। ਇਹ ਇੱਕ ਬਹੁਤ ਵਧੀਆ ਓਪਰਚੁਨਿਟੀ ਹੋ ਸਕਦੀ ਹੈ। ਬਹੁਤ ਹੀ ਪ੍ਰੋਫਿਟੇਬਲ ਇਹ ਬੈਂਕੁਏਟ ਹਾਲ ਹੈ ਔਰ ਇਹ ਵੈਸਟ ਬਰੈਂਪਟਨ ਦੇ ਵਿੱਚ ਹੈ। ਵੈਸਟ ਬਰੈਂਪਟਨ ਦੇ ਵਿੱਚ ਬਹੁਤ ਹੀ ਘੱਟ ਅਵੇਲੇਬਿਲਟੀ ਹੈ ਬੈਂਕੁਏਟ ਹਾਲਸ ਦੀ। ਇਹ ਇੱਕ ਮੈਂ ਕਹੂੰਗਾ ਕਿ ਲੋਕੇਸ਼ਨ ਵਾਈਜ਼ ਸਟੀਲਸ ਔਰ ਮੇਵਿਸ ਦੇ ਏਰੀਏ ਦੇ ਵਿੱਚ ਇਹ ਬੈਂਕੁਏਟ ਹਾਲ ਹੈ ਜਿਹੜਾ ਕਿ ਆਪਣੀ ਕਹਿ ਲਓ ਉੱਥੇ ਗੜ੍ਹ ਦੇ ਵਿੱਚ ਆਪਾਂ ਕਹਿ ਸਕਦੇ ਹਾਂ। ਸੋ ਇਹਦੀ ਵਧੇਰੇ ਜਾਣਕਾਰੀ ਲਈ ਵੀ ਦਰਸ਼ਕ ਸਾਨੂੰ ਸੰਪਰਕ ਕਰ ਸਕਦੇ ਨੇ 416 910 9923 ਤੇ। ਜੀ ਬਿਲਕੁਲ ਸਰ, ਪ੍ਰੋਗਰਾਮ 'ਚ ਸਮਾਂ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਜਿਹੜੇ ਦਰਸ਼ਕ ਦੇਖ ਰਹੇ ਨੇ, ਸੁਣ ਰਹੇ ਨੇ, ਅਖੀਰ 'ਚ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਰੀਅਲ ਸਟੇਟ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੋਵੇ, ਕੋਈ ਵੀ ਜ਼ਰੂਰਤ ਹੋਵੇ, ਚਾਹੇ ਉਹ ਰੀਸੇਲ ਰੀਅਲ ਸਟੇਟ ਦੇ ਵਿੱਚ ਹੋਵੇ, ਚਾਹੇ ਉਹ ਪ੍ਰੀ ਕੰਸਟਰਕਸ਼ਨ ਰੀਅਲ ਸਟੇਟ ਦੇ ਵਿੱਚ ਹੋਵੇ, ਚਾਹੇ ਕਮਰਸ਼ੀਅਲ ਇੰਡਸਟਰੀਅਲ ਰੀਅਲ ਸਟੇਟ ਦੇ ਵਿੱਚ ਹੋਵੇ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡਾ ਆਫਿਸ 268 ਡੈਰੀ ਰੋਡ ਵੈਸਟ, ਜੋ ਕਿ ਮੈਕਲੌਗਲਿਨ ਔਰ ਡੈਰੀ ਦਾ ਇੰਟਰਸੈਕਸ਼ਨ ਹੈ, ਉੱਥੇ ਸਾਡਾ ਆਫਿਸ ਹੈ। 7 ਦਿਨ ਆਫਿਸ ਖੁੱਲ੍ਹਾ ਹੁੰਦਾ। ਤੁਸੀਂ ਕਿਸੇ ਵੇਲੇ ਵੀ ਕਾਲ ਕਰਕੇ ਅਪਾਇੰਟਮੈਂਟ ਬਣਾ ਕੇ ਸਾਡੇ ਆਫਿਸ ਦੇ ਵਿੱਚ ਆ ਕੇ ਪਰਸਨਲੀ ਵੀ ਮਿਲ ਸਕਦੇ ਹੋ ਜਾਂ ਜੇ ਤੁਹਾਡਾ ਕੋਈ ਕੁਐਸਚਨ ਹੈ ਤੁਸੀਂ ਫੋਨ ਤੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਪਰਟੀਆਂ ਸਾਡੇ ਕੋਲ ਹਮੇਸ਼ਾ ਹੀ ਕਾਫੀ ਸਾਰੀਆਂ ਲਿਸਟਿੰਗਸ ਰਹਿੰਦੀਆਂ ਨੇ। ਤੁਸੀਂ www.teamaroda.com ਤੇ ਜਾ ਕੇ ਕਿਸੇ ਵੀ ਪ੍ਰੋਪਰਟੀ ਦੀ ਵਧੇਰੇ ਜਾਣਕਾਰੀ ਲੈ ਸਕਦੇ ਹੋ, ਉਹਦੀਆਂ ਪਿਕਚਰਸ ਦੇਖ ਸਕਦੇ ਹੋ, ਉਹਦੀ ਡਿਸਕ੍ਰਿਪਸ਼ਨਸ ਉੱਥੇ ਦੇਖ ਸਕਦੇ ਹੋ ਔਰ ਜੇ ਤੁਹਾਨੂੰ ਕੋਈ ਪ੍ਰੋਪਰਟੀ ਦੇ ਬਾਰੇ ਕੋਈ ਵੀ ਸਵਾਲ ਹੈ ਤੁਸੀਂ ਸਾਡੇ ਆਫਿਸ ਦੇ ਵਿੱਚ 416 910 9923 ਤੇ ਸੰਪਰਕ ਕਰ ਸਕਦੇ ਹੋ। ਜੀ ਪ੍ਰਿਆ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਬਸ ਇਹੀ ਕਹਿਣਾ ਚਾਹਾਂਗੀ, ਜ਼ਰੂਰੀ ਨਹੀਂ ਹੈ ਤੁਸੀਂ ਕੁਝ ਘਰ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ। ਜੇ ਤੁਸੀਂ ਕੋਈ ਇਨਫੋਰਮੇਸ਼ਨ ਵੀ ਲੈਣਾ ਚਾਹੁੰਦੇ ਹੋ ਉਹਦੇ ਲਈ ਵੀ ਤੁਸੀਂ ਕਦੇ ਵੀ ਸਾਨੂੰ ਸੰਪਰਕ ਕਰ ਸਕਦੇ ਹੋ। ਉਹ ਅਸੀਂ ਤੁਹਾਨੂੰ ਪੂਰੀ ਤਰ੍ਹਾਂ ਨਾਲ ਗਾਈਡ ਕਰਾਂਗੇ ਕਿ ਜੇ ਤੁਸੀਂ ਇਨ ਫਿਊਚਰ ਵੀ ਘਰ ਬਾਏ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕੁਝ ਸੈਲ ਕਰਨਾ ਹੈ ਇਨ ਫਿਊਚਰ, ਨਾਟ ਇਮੀਡੀਏਟਲੀ, ਉਹਦੇ ਬਾਰੇ ਅਸੀਂ ਸਾਨੂੰ ਪੂਰੀ ਐਕਸਪਲੇਨੇਸ਼ਨ ਦੇ ਸਕਦੇ ਹਾਂ। ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ 'ਚ ਆਉਣੀ ਜਾਣਕਾਰੀ ਸਾਂਝੀ ਕਰਨ ਲਈ। ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਓਪਨ ਹਾਊਸ ਵਿਦ ਟੀਮ ਅਰੋੜਾ। ਹੁਣ ਕੋਈ ਵੀ ਰੀਅਲ ਸਟੇਟ ਸੰਬੰਧੀ ਜਾਣਕਾਰੀ ਚਾਹੀਦੀ ਹੈ, ਟੀਮ ਅਰੋੜਾ ਨੂੰ ਕੰਟੈਕਟ ਕਰ ਸਕਦੇ ਹੋ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। ਰੀਅਲ ਸਟੇਟ ਦੀ ਦੁਨੀਆ ਸੰਬੰਧੀ ਆਪਣੇ ਆਪ ਨੂੰ ਰੱਖੋ ਅਪ